ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮੇ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰਨ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 3 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਬੁਲਾਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਆਪਾਂ ਜ਼ਿਮਨੀ ਚੋਣਾਂ ਦੇ ਜਿਹੜੇ ਨਤੀਜੇ ਆਏ ਨੇ। ਜਦੋਂ ਮੈਂ ਦੁਪਹਿਰੇ ਪ੍ਰੋਗਰਾਮ ਕਰ ਰਿਹਾ ਸੀ ਤਾਂ ਮੈਨੂੰ ਲੱਗਦਾ ਸੀਗਾ ਕਿ ਜਿਹੜੀ ਦੇਸ਼ ਦੀ ਆਬੋ ਹਵਾ, ਸ਼ਰਮਾ ਜੀ ਉਹਦੇ ਬਾਰੇ ਚਰਚਾ ਜ਼ਰੂਰ ਕਰਨਗੇ ਤੇ ਕਰਨੀ ਬਣਦੀ ਵੀ ਹੈ। ਜ਼ਿਮਨੀ ਚੋਣਾਂ ਦੇ ਵਿੱਚ ਜਿਹੜੀ ਭਾਜਪਾ ਦੀ ਹਾਰ ਹੋਈ ਹੈ, ਖਾਸ ਕਰਕੇ ਜਿਹੜੀ ਬਾਂਕੀਪੁਰ ਸੀਟ ਹੈ, ਉਹਨੇ ਕੀ ਆਹ ਸੰਕੇਤ ਦਿੱਤਾ ਕਿ ਦੇਸ਼ ਦੇ ਵਿੱਚ ਹਵਾ ਬਦਲ ਰਹੀ ਹੈ, ਦੇਸ਼ ਦੇ ਵਿੱਚ ਭਾਜਪਾ ਦੇ ਦੌਰ ਦੇ ਪਤਨ ਦੇ ਜਾਣ ਦੇ ਸੰਕੇਤ ਆ ਰਹੇ ਨੇ? ਪ੍ਰਵੀਨ ਜੀ, ਜ਼ਿਮਨੀ ਚੋਣ ਅਕਸਰ 90% 95% ਸੱਤਾਧਾਰੀ ਧਿਰ ਹੀ ਜਿੱਤਦੀ ਹੁੰਦੀ ਹੈ। ਜੀ ਬਿਲਕੁਲ ਬਿਲਕੁਲ, ਕਿਉਂਕਿ ਤੁਸੀਂ ਇੱਕ ਸੀਟ ਤੇ ਸਾਰੀ ਤਾਕਤ ਲਾ ਦੇਣੀ ਹੁੰਦੀ ਹੈ ਤੇ ਤੁਹਾਡੇ ਕੋਲ ਸਰਕਾਰ ਹੁੰਦੀ ਹੈ, ਸਾਰਾ ਕੁਝ ਹੁੰਦਾ ਤੇ ਲੋਕਾਂ ਨੂੰ ਵੀ ਲੱਗਦਾ ਕਿ ਆਪਾਂ ਉਸੇ ਧਿਰ ਨੂੰ ਚੁਣੀਏ ਜਿਹਦੀ ਸਰਕਾਰ ਹੈ ਸਾਹਮਣੇ ਦਿਖ ਰਹੀ ਹੁੰਦੀ ਹੈ, ਕੋਈ ਬਦਲਾਅ ਤਾਂ ਨਹੀਂ ਹੁੰਦਾ। ਤੇ ਦੂਸਰਾ, ਜ਼ਿਮਨੀ ਚੋਣ ਦੇ ਨਤੀਜਿਆਂ ਨਾਲ ਕੋਈ ਇਹ ਵੀ ਨਹੀਂ ਹੁੰਦਾ ਕਿ ਸਰਕਾਰ ਡਿੱਗ ਜਾਣੀ ਹੈ ਜਾਂ ਬਣ ਜਾਣੀ ਹੈ ਕਿਸੇ ਦੀ। ਜੀ ਜੀ, ਕੋਈ ਇਹ ਵੀ ਪ੍ਰਭਾਵ ਨਹੀਂ ਪੈਣਾ ਹੁੰਦਾ ਚਾਹੇ ਕੋਈ ਧਿਰ ਜਿੱਤ ਜਾਵੇ। ਪਰ ਤਾਂ ਵੀ ਜਦੋਂ ਪ੍ਰਸਥਿਤੀਆਂ ਕੁਝ ਵੱਖਰੀਆਂ ਹੋਣ ਤਾਂ ਉਹਦੇ ਅਰਥ ਵੀ ਵੱਖਰੇ ਹੁੰਦੇ। ਸਹੀ ਹੈ। ਆਪਾਂ ਇਹਨਾਂ 3 ਜ਼ਿਮਨੀ ਚੋਣਾਂ ਸੀਗੀਆਂ, ਤਿੰਨੋਂ ਵੱਖ-ਵੱਖ ਸੂਬਿਆਂ 'ਚ ਸੀਗੀਆਂ, ਗੁਜਰਾਤ 'ਚ, ਮੱਧ ਪ੍ਰਦੇਸ਼ 'ਚ, ਬਿਹਾਰ 'ਚ। ਜੀ, ਤਿੰਨੋਂ ਵਿਧਾਨ ਸਭਾ ਸੀਟਾਂ ਸੀ ਤੇ ਆਪਾਂ ਤਿੰਨਾਂ ਨੂੰ 3 ਪੜਾਵਾਂ 'ਚ ਸਮਝਦੇ ਹਾਂ। ਜੀ, ਪਹਿਲਾ ਪੜਾ ਮਹਿਜ ਨਤੀਜੇ। ਨਤੀਜੇ ਇਹ ਨੇ ਕਿ ਗੁਜਰਾਤ ਦੇ ਵਿੱਚ BJP ਬੜੀ ਸ਼ਾਨ ਨਾਲ ਜਿੱਤ ਗਈ। ਜੀ, ਨਤੀਜੇ ਇਹ ਨੇ ਕਿ ਮੱਧ ਪ੍ਰਦੇਸ਼ ਦੇ ਵਿੱਚ ਬੜੇ ਫਸਵੇਂ ਮੁਕਾਬਲੇ 'ਚ ਕਾਂਗਰਸ ਜਿੱਤ ਗਈ। ਹਾਂਜੀ। ਨਤੀਜੇ ਇਹ ਨੇ ਕਿ ਬਿਹਾਰ ਦੇ ਵਿੱਚ ਇੱਕ ਨਵੀਂ ਪਾਰਟੀ ਦਾ ਨਵਾਂ ਲੀਡਰ ਪਹਿਲੀ ਵਾਰ ਜਿੱਤ ਗਿਆ। ਪ੍ਰਸ਼ਾਂਤ ਕਿਸ਼ੋਰ ਦਾ ਬਿਹਾਰ ਸੀਟ ਤੇ ਤੋਂ ਜਿੱਤਣਾ, ਤੇ ਉਹ ਵੀ ਚੰਗੇ ਮਾਰਜਨ ਨਾਲ, ਮਤਲਬ ਮੈਂ ਦੇਖ ਰਿਹਾ ਸੀਗਾ ਕਰੀਬ 19,324 ਵੋਟਾਂ ਦੇ ਨਾਲ ਉਹ ਜਿੱਤਿਆ ਬੰਦਾ। ਚੰਗਾ ਮਾਰਜਨ। ਹੁਣ ਤੁਸੀਂ ਇਸ ਨੁਕਤੇ ਤੋਂ ਵੀ ਸਮਝਿਓ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਵੋਟਾਂ ਪੈਂਦੀਆਂ 64,151। ਜੀ, ਭਾਜਪਾ ਉਮੀਦਵਾਰ ਨੂੰ ਪੈਂਦੀਆਂ 44,827। ਲਾਲੂ ਦੀ ਪਾਰਟੀ ਰਾਜਦ ਨੂੰ, RJD ਨੂੰ ਪੈਂਦੀਆਂ ਨੇ 14,273। ਜੀ, BJP ਤੇ ਲਾਲੂ ਦੀ ਪਾਰਟੀ ਆਮੋ ਸਾਹਮਣੇ ਆ। ਵਿਧਾਨ ਸਭਾ ਚੋਣਾਂ 'ਚ ਆਮੋ ਸਾਹਮਣੇ ਸੀਗੇ, ਨਤੀਸ਼ ਤੇ BJP ਵਾਲੇ ਇੱਕ ਪਾਸੇ ਸੀ, ਲਾਲੂ ਦੀ ਪਾਰਟੀ ਇੱਕ ਪਾਸੇ ਸੀ। ਆਪਾਂ ਇਸ ਸੀਟ ਦੇ ਉੱਤੇ ਜਿੱਥੋਂ ਪ੍ਰਸ਼ਾਂਤ ਕਿਸ਼ੋਰ ਜਿੱਤਿਆ, ਆਪਾਂ ਜੇ ਦੋਵਾਂ ਦੀਆਂ ਵੋਟਾਂ ਵੀ ਮਿਲਾ ਲਈਏ ਕਿ ਭਾਜਪਾ ਤੇ RJD ਵੀ ਇਕੱਠੀਆਂ ਕਰ ਦਈਏ, ਤਾਂ ਵੀ 5,051 ਵੋਟਾਂ ਨਾਲ ਪ੍ਰਸ਼ਾਂਤ ਕਿਸ਼ੋਰ ਜਿੱਤ ਰਿਹਾ। ਠੀਕ ਹੈ। ਸੋ ਇਹਦਾ ਮਤਲਬ ਗਹਿਰੇ ਅਰਥ ਨੇ। ਫਿਰ ਸਹੀ ਹੈ। ਇਹ ਅਰਥ ਇਸ ਲਈ ਹੋਰ ਵੱਡੇ ਹੋ ਜਾਂਦੇ ਨੇ ਕਿ ਇਹ ਜਿਹੜੀ ਸੀਟ ਹੈ, ਇਹ ਨਿਤਿਨ ਨਵੀਨ ਦੀ ਸੀਟ ਹੈ। ਨਿਤਿਨ ਨਵੀਨ ਕੌਣ ਹੈ? ਇਹ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਸੀਟ ਹੈ। ਸਹੀ ਹੈ। ਤੁਸੀਂ ਬੰਦਾ ਫੀਲਾ ਜਿਹੜਾ ਮਰਜ਼ੀ ਖੜਾ ਕਰੋ, ਇਹ ਚੋਣ ਨਿਤਿਨ ਨਵੀਨ ਨੇ ਲੜਨੀ ਸੀ। ਸਹੀ ਹੈ। ਕਿਉਂਕਿ ਤੁਸੀਂ ਤਾਜ਼ੇ ਰਾਜ ਸਭਾ ਗਏ ਹੋ, ਤੁਹਾਡੇ ਜਾਣ ਨਾਲ ਸੀਟ ਖਾਲੀ ਹੋਈ। ਔਰ ਹੋਰ ਵੀ ਖਾਸ ਗੱਲ, ਪਿਛਲੇ 30 ਸਾਲਾਂ ਤੋਂ BJP ਜਿੱਤ ਰਹੀ ਹੈ ਸੀਟ। ਪਿਛਲੇ 6 ਇਲੈਕਸ਼ਨ BJP ਨੇ ਜਿੱਤੇ ਨੇ, ਜਿਨ੍ਹਾਂ ਚੋਂ 5 ਨਿਤਿਨ ਨਵੀਨ ਨੇ ਜਿੱਤੇ ਨੇ ਲਗਾਤਾਰ। ਤੇ ਉਹ ਸੀਟ ਦੇ ਉੱਤੇ ਤੁਹਾਡੀ ਇਹ ਸਥਿਤੀ ਬਣ ਜਾਵੇ ਕਿ ਤੁਸੀਂ 19,000 ਤੋਂ ਵੱਧ ਵੋਟਾਂ ਦੇ ਫਰਕ ਨਾਲ, 19,024 ਵੋਟਾਂ ਦੇ ਫਰਕ ਨਾਲ ਹਾਰੋ, ਫਿਰ ਇਹਦੇ ਮਾਇਨੇ ਸਮਝਣੇ ਪੈਣਗੇ। ਜੀ।
ਹੁਣ ਇੱਕ ਮਹੀਨਾ ਇਹ ਹੈ ਕਿ ਕਹਿੰਦੇ ਜੀ ਕਿ ਐਕਟੀ EVM ਨਾਲ ਨਹੀਂ ਛੇੜਖਾਨੀ ਕੀਤੀ ਹੋਣੀ ਜੀ, SIR ਵਾਲਾ ਮੁੱਕ ਲਿਆ ਜੀ ਕੰਮ ਹੁਣ, ਹੈ ਨਾ ਜੀ, ਜਾਂ ਹੁਣ ਠੀਕ ਆ ਛੱਡੋ ਜਿਮਨੀ ਚੋਣ ਹੈ, ਹੰਕਾਰ ਹੈ ਨਾ ਹੋਣਾ ਕਿ ਜਿਹਨੂੰ ਵੀ ਖੜਾ ਕਰਾਂਗੇ ਲੋਕਾਂ ਨੇ ਆਪੇ ਜਿਤਾ ਦੇਣਾ, ਕੋਈ ਲੋੜ ਹੀ ਨਹੀਂ ਗੀ। ਕੁਝ ਲੋਕ ਇਸ ਨਜ਼ਰੀਏ ਤੋਂ ਦੇਖਦੇ ਨੇ। ਪਰ ਜੇ ਤੁਸੀਂ ਹਵਾ ਦਾ ਰੁਖ ਸਮਝਣਾ, ਜੇ ਤੁਸੀਂ ਸਹੀ ਮਾਇਨੇ 'ਚ ਸੰਕੇਤ ਸਮਝਣੇ ਨੇ ਜੀ, ਤਾਂ ਉਹ ਮੱਧ ਪ੍ਰਦੇਸ਼ ਤੋਂ ਵੀ ਆ ਰਹੇ ਨੇ, ਉਹ ਬਿਹਾਰ ਤੋਂ ਵੀ ਆ ਰਹੇ ਨੇ। ਬਿਹਾਰ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਇਹ ਸੀਟ ਇਸ ਲਈ ਵੱਖਰੇ ਤਰੀਕੇ ਨਾਲ ਹੈ ਕਿ ਤੁਹਾਡੇ ਮੁਕਾਬਲੇ 'ਚ ਇੱਕ ਨਵੀਂ ਧਿਰ ਜੰਮੀ ਹੈ। ਹੁਣ ਇੱਥੇ ਕੀ ਸਿਰਫ ਇਸ ਲਈ ਜਿੱਤ ਗਏ ਕਿ ਪ੍ਰਸ਼ਾਂਤ ਕਿਸ਼ੋਰ ਨੇ ਵੱਖਰੇ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ? ਬਿਲਕੁਲ, ਉਹਨੇ ਰਵਾਇਤੀ ਪਾਰਟੀ, ਉਹਨੇ ਮਹੱਲਿਆਂ 'ਚ ਪਿੰਡਾਂ 'ਚ ਜਾ ਕੇ ਲੋਕ ਇਕੱਠੇ ਕਰਕੇ, ਸ਼ਹਿਰਾਂ ਵਾਰਡਾਂ 'ਚ ਲੋਕ ਇਕੱਠੇ ਕਰਕੇ ਮੀਟਿੰਗਾਂ ਨਹੀਂ ਕੀਤੀਆਂ। ਉਹ ਕੈਫਿਆਂ 'ਚ ਜਾ ਕੇ ਬੈਠਦਾ ਸੀ, ਉਹ ਪਾਰਕਾਂ 'ਚ ਜਾ ਕੇ ਬੈਠਦਾ ਸੀ, ਸਹੀ ਹੈ, ਉਹ ਸੱਥਾਂ 'ਚ ਜਾ ਕੇ ਬੈਠਦਾ ਸੀ, ਉਹ ਖੇਤਾਂ 'ਚ ਚਲਾ ਜਾਂਦਾ ਸੀ ਲੋਕਾਂ ਕੋਲ, ਉਹ ਸ਼ਹਿਰ 'ਚ ਨੌਕਰੀ ਪੇਸ਼ੇ ਤੇ ਜਦੋਂ ਲੋਕ ਦੁਪਹਿਰ ਦੀ ਰੋਟੀ ਖਾਣ ਲਈ ਬਾਹਰ ਆਉਂਦੇ ਸੀ ਤਾਂ ਉੱਥੇ ਜਾ ਕੇ ਬੈਠਦਾ ਸੀ। ਉਹਨੇ ਬੜੇ ਵੱਖਰੇ ਤਰੀਕੇ ਨਾਲ ਪ੍ਰਚਾਰ ਕੀਤਾ। ਸਹੀ ਹੈ, ਉਹਨੇ ਇਹ ਵੀ ਕੀਤੀ ਕਿ ਮੈਂ ਕਾਸਟ ਕਟਿੰਗ ਕਰਕੇ ਦਿਖਾ ਰਿਹਾ ਤੁਹਾਨੂੰ ਪ੍ਰਚਾਰ ਦੀ, ਕਿ ਖਰਚੇ ਦੀ ਲੋੜ ਨਹੀਂ ਜੀ। ਫਿਰ ਦੂਸਰਾ, ਉਹਨੇ ਸਿੱਧਾ ਵੋਟਰ ਟੂ ਵੋਟਰ ਰਾਬਤਾ ਕੀਤਾ। ਠੀਕ ਹੈ, ਭੀੜ ਇਕੱਠੀ ਕਰਕੇ ਇੱਕ ਭਾਸ਼ਣ ਦੇਣ ਦੀ ਬਜਾਏ। ਕਿ ਇਹ ਤਕਨੀਕ ਉਹਦੀ ਕੰਮ ਕਰ ਗਈ। ਸਹੀ, ਪਰ ਜਿਹੜੀ ਸਭ ਤੋਂ ਵੱਡੀ ਤਕਨੀਕ ਕੰਮ ਕੀਤੀ ਆ ਉਹ ਹੈ ਰਾਮ ਮੰਦਿਰ ਦੀ ਖੋਲ ਕਚੋਰੀ, ਉਹ ਹੈ ਜੰਤਰ ਮੰਤਰ ਤੇ ਨੌਜਵਾਨਾਂ ਦਾ ਪ੍ਰਦਰਸ਼ਨ। ਇਹ ਦੋ ਚੀਜ਼ਾਂ ਨੇ। 25 ਤਰੀਕ ਨੂੰ ਮੇਰਾ ਖਿਆਲ ਅਸਤੀਫਾ ਹੁੰਦਾ ਹੈ ਧਰਮਿੰਦਰ ਪ੍ਰਧਾਨ ਦਾ ਜੀ, ਤੇ 30 ਤਰੀਕ ਨੂੰ ਵੋਟਾਂ ਸੀ। ਸੋ ਚੀਜ਼ ਨੇ ਬਹੁਤ ਅਸਰ ਪਾਇਆ ਇਸ ਸੀਟ ਦੇ ਉੱਤੇ। ਠੀਕ ਠਾਕ ਵੋਟ ਬੈਂਕ ਹੈ ਜਨਜੀ ਦਾ, ਤੇ ਇਸ ਲਈ ਫਿਰ ਉਹਦਾ ਅਸਰ ਤਾਂ ਪੈਣਾ ਸੀ ਨਾ ਕਿਤੇ ਨਾ ਕਿਤੇ, ਤੇ ਉਹ ਅਸਰ ਨਜ਼ਰ ਆਇਆ ਕਿ ਲੋਕਾਂ ਦੇ ਵਿੱਚ ਵੋਟ ਜਿਹੜੀ ਉਹ ਕੀ ਹੈ ਪੇਪਰ ਲੀਕ ਵਾਲਾ ਮਾਮਲਾ ਸੀ, ਉਹਦਾ ਦਰਦ ਸੀ। ਫਿਰ ਸਧਾਰਨ ਜਿਹੜਾ ਪਰਿਵਾਰ ਹੈ ਉਹਦੇ ਮਨ ਤੇ ਕਿਤੇ ਨਾ ਕਿਤੇ ਜਾਂਦੀ ਹੈ ਕਿ ਤੁਹਾਡੀ ਰਾਜਨੀਤੀ ਸਮੁੱਚੀ ਰਾਮ ਮੰਦਿਰ ਦੇ ਆਧਾਰ ਤੇ ਖੜੀ ਹੈ ਜੀ, ਬਿਲਕੁਲ ਧਰਮ ਦੇ ਆਧਾਰ ਤੇ ਖੜੀ ਹੈ। ਤੇ ਜਿਹਨੇ ਤੁਹਾਨੂੰ ਇਹ ਮੌਕਾ ਦਿੱਤਾ, ਜਿਹੜੀ ਰਾਜਨੀਤੀ ਤੁਹਾਨੂੰ ਸੱਤਾ ਤੇ ਲਿਆਂਦਾ, ਤੁਸੀਂ ਉਸੇ ਨਾਲ ਧੋਖਾ ਕਰਕੇ ਸ਼ਰਧਾਲੂਆਂ ਨੂੰ ਵੀ ਧੋਖੇ 'ਚ ਰੱਖ ਰਹੇ ਹੋ। ਸੋ ਇਹ ਵੀ ਇੱਕ ਪਹਿਲੂ ਮੇਰੇ ਹਿਸਾਬ ਨਾਲ ਪਹਿਲੂ ਗਿਆ। ਤੀਸਰਾ ਸਭ ਤੋਂ ਖਾਸ ਗੱਲ ਸਮਝਣ ਵਾਲੀ ਇਹ ਸੀ ਕਿ ਪ੍ਰਸ਼ਾਂਤ ਕਿਸ਼ੋਰ ਮਾਡਰਨ ਤਕਨੀਕ ਨਾਲ ਚੱਲਦਾ। ਸਹੀ ਹੈ, ਤੇ ਬਿਹਾਰ ਦੀ ਇਹ ਸੀਟ ਲਗਭਗ ਸਾਰੀਆਂ ਸੀਟਾਂ 'ਚੋਂ ਮਾਡਰਨ ਸੀਟ ਹੈ। ਇਹ 90% ਸ਼ਹਿਰੀ ਸੀਟ ਹੈ। ਸਹੀ ਹੈ, ਤੇ ਸ਼ਹਿਰੀ ਵਰਗ ਜਿਸ ਤਰੀਕੇ ਨਾਲ ਸੋਚਦਾ, ਉਹ ਮੈਨੂੰ ਲੱਗਦਾ ਪ੍ਰਸ਼ਾਂਤ ਕਿਸ਼ੋਰ ਲੱਗਿਆ ਕਿ ਇਹਨਾਂ ਨੂੰ ਮੈਂ ਛੇਤੀ ਸਿੱਧਾ ਸਮਝਾ ਸਕਦਾ ਹੈ ਕਿ ਕੇਂਦਰ ਦੇ ਅਸਰ ਕੀ ਨੇ, ਕੇਂਦਰ ਕੀ ਕਰ ਰਿਹਾ, ਉਹਨਾਂ ਤਰੀਕਿਆਂ ਕਰਨ ਨਾਲ। ਸੋ ਇਸ ਲਈ ਇਹ ਬਹੁਤ ਮਾਇਨੇ ਨੇ ਇਸ ਨਤੀਜਿਆਂ ਦੇ, ਤੇ ਬੀਜੇਪੀ ਨੂੰ ਸਮਝਣਾ ਚਾਹੀਦਾ ਕਿ ਜੇ 3 ਜਿਮਨੀ ਚੋਣਾਂ ਹੋਣ ਔਰ ਤਿੰਨੋਂ ਥਾਵਾਂ ਤੇ ਤੁਹਾਡਾ ਰਾਜ ਭਾਗ ਹੋਵੇ, ਚਾਹੇ ਮੱਧ ਪ੍ਰਦੇਸ਼ ਹੈ, ਚਾਹੇ ਗੁਜਰਾਤ ਹੈ, ਤੇ ਚਾਹੇ ਬਿਹਾਰ ਹੈ, ਸਹੀ ਹੈ, ਤੇ ਤਿੰਨਾਂ ਚੋਂ ਤੁਸੀਂ 2 ਸੀਟਾਂ ਹਾਰ ਜਾਓ, ਤੇ ਫਿਰ ਇਹਦੇ ਅਰਥ ਤਾਂ ਗਹਿਰੇ ਹੈਗੇ ਨੇ ਕਿ ਦੇਸ਼ ਵੱਖਰੇ ਤਰੀਕੇ ਨਾਲ ਸੋਚ ਵੀ ਰਿਹਾ, ਤੇ ਤੁਸੀਂ ਵੋਟ ਕਟਾਈ ਕਰ ਲਓ, ਕੁਛ ਕਰ ਲਓ, ਜੇ ਲੋਕਾਂ ਨੇ ਫੈਸਲੇ ਤੇ ਆ ਗਏ ਲੋਕ ਤਾਂ ਕੁਝ ਵੀ ਹੋ ਸਕਦਾ। ਸੋ ਇਹ ਉਹਦੇ ਵੱਡੇ ਸੰਕੇਤ। ਬਿਲਕੁਲ ਜੀ, ਇਹ ਵੀ ਗੱਲ ਕਹਿਣੀ ਬਣਦੀ ਸ਼ਰਮਾ ਜੀ ਵੀ ਤੁਸੀਂ ਜਿੱਤ ਦਾ ਤਾਂ ਉਮਰ ਦਾ ਜਿਹੜੀ ਵੈਲਿਡਿਟੀ ਨਹੀਂ ਪਵਾਈ ਹੋਈ। ਲੋਕਾਂ ਦਾ ਰੁਝਾਨ, ਲੋਕਾਂ ਦਾ ਤੁਹਾਡੇ ਤੋਂ ਮੋਹ ਭੰਗ ਵੀ ਹੋ ਸਕਦਾ। ਹਾਲਾਂਕਿ ਤੁਸੀਂ ਛੜਯੰਤਰ ਰਚਨੋਂ ਹਟੇ ਨਹੀਂ ਗਏ, ਤੁਸੀਂ ਸਾਜ਼ਿਸ਼ਾਂ ਰਚਨੋਂ, ਤੁਸੀਂ ਸਿਆਸੀ ਸ਼ਰਾਰਤਬਾਜ਼ੀਆਂ ਕਰਨੋਂ ਹਟੇ ਨਹੀਂ ਗਏ, ਨਾ ਤੁਸੀਂ ਭਵਿੱਖ ਦੇ ਵਿੱਚ ਬਾਜ਼ ਆਓ। ਪਰ ਇਹ ਜ਼ਰੂਰ ਹੈ ਕਿ ਚਲੋ ਵੋਟਰ ਦਾ ਮਾੜਾ ਮੋਟਾ ਤਾਂ ਰੁਝਾਨ ਬਦਲਿਆ, ਵੋਟਰ ਚੇਤਨ ਤਾਂ ਹੋਣ ਲੱਗਿਆ। ਬਾਕੀ ਚੋਣ ਪ੍ਰਚਾਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਉਹ ਵਾਕਈ ਸਹੀ ਹੈ। ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਪਾਰਟੀਆਂ ਵੀ ਇਸ ਗੱਲ ਦੇ ਉੱਤੇ ਗੌਰ ਕਰਨ, ਪਾਰਟੀਆਂ ਨੂੰ ਲੱਗੇ ਕਿ ਨਹੀਂ ਭੀੜ ਭੜੱਕੇ ਵਾਲੀਆਂ ਰੈਲੀਆਂ ਤੋਂ ਬਿਨਾਂ ਵੀ ਵੋਟਾਂ ਜਿੱਤੀਆਂ ਜਾ ਸਕਦੀਆਂ ਨੇ ਜਾਂ ਲੜੀਆਂ ਜਾ ਸਕਦੀਆਂ ਨੇ। ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ। ਡੀਏ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਖਾਸੀ ਤਲਖੀ ਦਿਖਾਈ ਹੈ ਤੇ ਮਸ਼ਹੂਰੀਆਂ ਤੇ ਤਾਂ ਰੋਕ ਹੀ ਲਾਤੀ ਜੀ। ਪ੍ਰਵੀਨ ਜੀ, ਪੰਜਾਬ ਸਰਕਾਰ ਇਸ ਮਸਲੇ ਤੇ ਬੁਰੀ ਤਰ੍ਹਾਂ ਘਿਰੀ ਆ ਜੀ, ਤੇ ਹੁਣ ਇਹਦੀ ਮੁਸ਼ਕਲ ਹੋਰ ਵੱਧ ਗਈ ਆ। ਪੰਜਾਬ ਦੇ ਵਿੱਚ 8 ਲੱਖ ਦੇ ਕਰੀਬ ਮੁਲਾਜ਼ਮ ਨੇ ਜਿਨ੍ਹਾਂ 'ਚ ਪੈਨਸ਼ਨ ਵੱਧ ਨੇ, ਮੌਜੂਦਾ ਮੁਲਾਜ਼ਮ ਘੱਟ ਨੇ, ਪੈਨਸ਼ਨਰ ਦੀ ਗਿਣਤੀ ਜ਼ਿਆਦਾ ਹੈ। ਉਹ 8 ਲੱਖ ਮੁਲਾਜ਼ਮਾਂ ਦਾ 18% ਡੀਏ ਦਾ ਮਾਮਲਾ। ਉਹ ਕਹਿੰਦੇ ਵੀ ਕੇਂਦਰ ਵਾਲੀ ਪ੍ਰਕਿਰਿਆ ਤਹਿਤ ਅਸੀਂ ਡੀਏ ਲੈਣਾ। ਹੁਣ ਇਸ ਮਸਲੇ ਦੇ ਉੱਤੇ ਉਹ ਅਦਾਲਤੀ ਪ੍ਰਕਿਰਿਆ 'ਚ ਜਾਂਦੇ ਨੇ, ਔਰ ਹਾਈ ਕੋਰਟ ਵੱਲੋਂ 30 ਜੂਨ ਤੱਕ ਸਰਕਾਰ ਨੂੰ ਹਦਾਇਤ ਸੀ ਕਿ ਇਹਨਾਂ ਦੇ ਖਾਤਿਆਂ 'ਚ ਪੈਸੇ ਪਾਓ ਜੀ।
ਉੱਥੋਂ ਟਲਦੇ ਟਰਾਉਂਦੇ ਫੈਸਲਾ ਆ ਗਿਆ ਕਿ 30 ਜੂਨ ਤੱਕ ਪਾ ਕੇ ਦਿਓ ਜੀ। ਇਹ ਦੋ ਲੌਜਿਕ ਦੇ ਰਹੇ ਸੀ ਕਿ ਇੱਕ ਤਾਂ ਇਹ ਜੀ ਕਿ ਫਿਰ ਜੇ ਕੇਂਦਰ ਵਾਲੇ ਤਰੀਕੇ ਨਾਲ ਲੈਣਾ ਜੀ ਡੀਏ ਤਾਂ ਫਿਰ ਤਨਖਾਹ ਵੀ ਕੇਂਦਰ ਵਾਲੇ ਫਾਰਮੂਲੇ ਤੇ ਲਓ ਜੀ, ਠੀਕ ਹੈ ਨਾ। ਤੇ ਇਸ ਲਈ ਜੀ ਫਿਰ ਦੂਜਾ ਇਹ ਕਹਿ ਰਹੇ ਸੀ ਵੀ ਇਹ ਸਟੇਟ ਦਾ ਮਸਲਾ ਹੈ ਜੀ, ਇਹ 'ਚ ਕੇਂਦਰ ਦੀ ਯੋਜਨਾ ਦਾ ਕੀ ਮਤਲਬ, ਅਸੀਂ ਫੈਸਲਾ ਲੈਣਾ ਜੀ। ਤੇ ਤੀਸਰਾ ਇਹ ਕਿਤੇ ਕਿਤੇ ਥੋੜਾ ਜਿਹਾ ਕਹਿ ਦਿੰਦੇ ਸੀ ਕਿ ਜੀ ਅਜੇ ਫੰਡਾਂ ਦੀ ਕਮੀ ਹੈ ਜੀ, ਖਜ਼ਾਨੇ 'ਚ ਹੈ ਨਹੀਂ ਜੀ ਪੈਸੇ ਸਾਡੇ ਜੀ, ਇੰਨਾ ਆ ਰੁਕ ਗਿਆ ਜੀ, ਘਟ ਗਿਆ ਜੀ, ਇੰਨਾ ਕਰਜ਼ਾ ਖੜਾ ਜੀ, ਉੱਥੇ ਸਾਰਾ ਕੁਝ ਚੇਤਿਆ ਜਾਂਦਾ। ਲੋਕ ਕਚਹਿਰੀ 'ਚ ਕੋਈ ਕਮੀ ਨਹੀਂ, ਟੂੰ ਕਰਾ ਦੇਾਂਗੇ ਟੂੰ। ਹੁਣ ਜਦੋਂ ਇਹਨਾਂ ਦੇ ਖਾਤਿਆਂ 'ਚ ਕਰਾਉਣ ਦਾ ਮਸਲਾ ਆਇਆ ਫਿਰ ਭੱਜ ਰਹੇ ਨੇ। 18% 8 ਲੱਖ ਨੂੰ ਡੀਏ ਦਾ ਮਤਲਬ 15,000 ਕਰੋੜ ਰੁਪਈਆ ਬਣਦਾ। ਸਹੀ ਹੈ। ਤੇ ਪ੍ਰਬੰਧ ਕਰਨ ਦੇ ਲਈ 15 ਦਿਨ ਵੇਲੇ ਨੇ। ਮਾਨਯੋਗ ਹਾਈ ਕੋਰਟ ਦੇ 30 ਜੂਨ ਵਾਲੇ ਫੈਸਲੇ ਨੂੰ ਇਹਨਾਂ ਨੇ ਡਬਲ ਬੈਂਚ ਕੋਲ ਚੈਲੰਜ ਕੀਤਾ। ਠੀਕ ਹੈ ਜੀ। ਤੇ ਡਬਲ ਬੈਂਚ ਨੇ ਫੈਸਲਾ ਤਾਂ ਪਿਛਲੇ ਦਿਨ ਹੀ ਕਰ ਲਿਆ ਸੀ, ਪਰ ਰੋਕ ਲਿਆ ਸੀ, ਕੱਲ ਸੁਣਾਇਆ। ਤੇ ਕੱਲ ਜਦੋਂ ਸੁਣਾਇਆ ਤਾਂ ਸਰਕਾਰ ਲਈ ਝਟਕੇ ਵਰਗਾ ਸੀ। ਉਹ ਕਹਿੰਦੇ ਜੀ 15 ਦਿਨਾਂ ਦੇ ਵਿੱਚ ਪੈਸੇ ਅਦਾ ਕਰੋ, ਨਹੀਂ 6% ਵਿਆਜ ਸਮੇਤ ਦੇਣੇ ਪੈਣਗੇ ਜੇ ਦੇਰ ਹੋ ਗਈ। ਤੇ ਦੂਸਰਾ, ਜੇ ਤੁਹਾਨੂੰ ਇਹ ਲੱਗਦਾ ਕਿ ਪੈਸੇ ਦੀ ਕਿੱਲਤ ਆ ਫਿਰ ਇਸ਼ਤਿਹਾਰਬਾਜ਼ੀ ਬੰਦ ਕਰੋ ਨਾ, ਕਿਉਂ ਕਰਦੇ ਹੋ? ਸਹੀ ਹੈ। ਮਤਲਬ ਪੰਜਾਬ ਤਾਂ ਪੰਜਾਬ, ਤੁਸੀਂ ਗੁਜਰਾਤ, ਗੋਆ, ਦਿੱਲੀ, ਬੰਬੇ, ਉੱਥੇ ਤੱਕ ਜਾ ਕੇ ਬਹੁਤ ਇਸ਼ਤਿਹਾਰ ਲਾ ਰਹੇ ਹੋ। ਸੋ ਕੁੱਲ ਮਿਲਾ ਕੇ ਹਾਈ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਪੰਜਾਬ ਸਰਕਾਰ ਨੂੰ ਕਿਹਾ ਕਿ ਇਸ਼ਤਿਹਾਰਬਾਜ਼ੀ, ਮਸ਼ਹੂਰੀ, ਟੈਲੀਵਿਜ਼ਨ, ਸੋਸ਼ਲ ਮੀਡੀਆ, ਅਖਬਾਰਾਂ, ਸੜਕਾਂ, ਕੰਧਾਂ, ਬੋਰਡ, ਇਹ ਬੇਫਾਲਤੂ ਹੋਣੇ ਨਹੀਂ ਚਾਹੀਦੇ। ਹੁਣ ਰੋਕੋ ਇਹਨੂੰ। ਪਰ ਔਖਾ ਹੋ ਜਾਊਗਾ, ਮੈਨੂੰ ਤਾਂ ਲੱਗਦਾ ਰੋਟੀ ਨਹੀਂ ਹਜਮ ਹੋਣੀ, ਜਿਹੜੀ ਆਦਤ ਪੈ ਗਈ ਕਿ ਹਰ ਖੰਭੇ ਤੇ ਆਪਣੀ ਫੋਟੋ ਦਿਖੇ ਸਵੇਰ ਨੂੰ ਜਦੋਂ ਨਿਕਲੀਏ, ਹਰ ਚੌਂਕ ਦੇ ਵਿੱਚ ਬੋਰਡ ਦਿਖਣ, ਹਰ ਅਖਬਾਰ 'ਚ ਆਪਣਾ ਇਸ਼ਤਿਹਾਰ ਦਿਖੇ, ਹਰ ਟੈਲੀਵਿਜ਼ਨ, ਸੋਸ਼ਲ ਮੀਡੀਆ ਦੇ ਪੇਜ ਤੇ ਪਹਿਲਾਂ ਸਾਡੀ ਉਹ ਐਡ ਆਵੇ। ਸੋ ਉਹ ਜਿਹੜੀ ਆਦਤ ਹੈ ਉਹ ਫਿਰ ਤੰਗ ਕਰੂਗੀ ਹੁਣ। ਤੇ ਆਪਣੀ ਉਹ ਕਿਉਂ ਕੇਜਰੀਵਾਲ ਉਹਨਾਂ ਨੂੰ ਵੀ ਸ਼ੌਂਕ ਹੈ ਕਿ ਹਾਂ ਪੰਜਾਬ ਦੇ ਪੈਸੇ ਤੇ ਸਾਡੀਆਂ ਵੀ ਫੋਟੋਆਂ ਦਿਖਣ, ਮੂਰਤਾਂ ਦਿਖਣ। ਸਹੀ ਹੈ। ਸੋ ਉਹ ਇਸ ਲਈ ਹੁਣ ਸਰਕਾਰ ਦੇ ਲਈ ਤਾਂ ਫੰਡ ਦਾ ਪ੍ਰਬੰਧ ਕਰਨਾ, ਦੂਜਾ ਇਹਨਾਂ ਚੀਜ਼ਾਂ ਤੇ ਉੱਤੋਂ ਬਾਹਰ ਆਉਣਾ, ਮਸ਼ਹੂਰੀਆਂ ਤੋਂ, ਇਹ ਦੋ ਹੀ ਚੀਜ਼ਾਂ ਉਹਨਾਂ ਲਈ ਚੁਣੌਤੀ ਭਰੀਆਂ। ਇਸ ਦੇ ਬਾਵਜੂਦ ਜਿਹੜੀ ਪਿਛਲੇ ਦਿਨਾਂ 'ਚ ਸਰਕਾਰ ਨੇ ਤਿਆਰੀ ਕੀਤੀ ਸੀ ਕਿ ਇਸ ਸਮੇਂ ਉਹ ਫੈਸਲਾ ਲੈਣਗੇ, ਮੰਨਿਆ ਜਾ ਰਿਹਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਰੁਖ ਵੀ ਕਰ ਸਕਦੀ ਹੈ ਜੀ, ਕਿਉਂਕਿ ਉਹ ਵਕਤ ਲਗਾਉਣਾ ਚਾਹੁੰਦੀ ਹੈ ਕਿ ਚੋਣ ਜ਼ਾਬਤਾ ਲੱਗ ਜਾਵੇ ਤੇ ਅਸੀਂ ਬਚ ਜਾਈਏ। ਉਹਨੂੰ ਲੱਗਦਾ ਕਿ ਆ ਜਿਹੜਾ 1000 1500 ਪਾ ਰਹੇ ਆ, ਸਾਡੀ ਵੋਟ ਤਾਂ ਇਹਦੇ ਨਾਲ ਹੀ ਪੈ ਜਾਣੀ ਆ। ਜੀ ਬਿਲਕੁਲ। ਮਾਈਆਂ ਭੈਣਾਂ ਬੀਬੀਆਂ ਨੇ ਸਾਨੂੰ ਵੋਟ ਨਹੀਂ ਪਾ ਦੇਣੀ ਆ ਕਿ ਮੁਲਾਜ਼ਮਾਂ ਦੀ ਸਾਨੂੰ ਲੋੜ ਹੀ ਨਹੀਂ। ਸਹੀ ਹੈ। ਇਸ ਲਈ ਉਹ ਇਥੋਂ ਟਲਣਾ ਚਾਹੁੰਦੇ ਨੇ, ਜਦੋਂ ਕਿ ਕਰਜ਼ੇ ਵਾਲਾ ਮਸਲਾ ਸਾਡੇ ਸਿਰ ਤੇ ਵੱਡਾ ਖੜਾ। ਹੁਣ ਕਿੱਥੋਂ ਦੇਣੇ ਆ? ਕਰਜ਼ਾ ਹੋਰ ਲੈਣਾ? ਸਹੀ ਹੈ। ਕਿ ਜ਼ਮੀਨ ਕੋਈ ਹੋਰ ਵੇਚਣੀ ਹੈ? ਕੀ ਕਰਨਾ ਹੈ? ਇਹ ਸਵਾਲ ਵੱਡਾ ਖੜਾ ਜੀ। ਬਿਲਕੁਲ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਪੰਜਾਬ ਵਿਧਾਨ ਸਭਾ ਦੇ ਇਜਲਾਸ ਦੀ, ਆਖਰੀ ਇਜਲਾਸ ਹੈ ਇਹਨਾਂ ਦਾ, ਪਰ ਇਜਲਾਸ ਦੇ ਵਿੱਚੋਂ ਜੋ ਕੁਝ ਉੱਥੇ ਵਾਪਰਿਆ, ਜੋ ਕੁਝ ਲੋਕਾਂ ਨੇ ਦੇਖਿਆ ਤੇ ਜੋ ਕੁਝ ਮੀਡੀਆ ਦਾ ਸ਼ਿੰਗਾਰ ਬਣਿਆ ਸੁਰਖੀਆਂ ਦੇ ਰੂਪ ਦੇ ਵਿੱਚ, ਉਹਦੇ ਤੋਂ ਤੱਤ ਜੇ ਕੱਢੀਏ ਤਾਂ ਇਹੀ ਨਿਕਲਦਾ ਵੀ ਨਾ ਤਾਂ ਸੱਤਾਧਾਰੀ ਜਵਾਬ ਦੇਣ ਲਾਇਕ ਹੈ, ਤੇ ਗਾਂ ਜਿਹੜੇ ਵਿਰੋਧੀ ਧਿਰ ਆ ਉਹ ਇਹਨਾਂ ਤੋਂ ਵੀ ਚਾਰ ਚੰਨ ਅੱਗੇ ਆ, ਉਹ ਵੀ ਕਹਿੰਦੇ ਜਵਾਬ ਲੈਣ ਦੇ ਲਾਇਕ ਵੀ ਨਾ ਪੁੱਛਣ ਲਾਇਕ ਹੈ ਵਿਰੋਧੀ ਧਿਰ। ਮਾਨਸੂਨ ਸੈਸ਼ਨ ਦਾ ਕੱਲ ਪਹਿਲਾ ਦਿਨ ਸੀ ਜੀ। ਸ਼ਰਧਾਂਜਲੀਆਂ ਤੋਂ ਬਾਅਦ ਦੁਬਾਰਾ ਜਦੋਂ ਬੈਠੇ ਤੇ ਹਗਾਮਾ ਉੱਥੇ ਹੀ ਸ਼ੁਰੂ ਹੋ ਗਿਆ। ਸ਼ਰਧਾਂਜਲੀਆਂ ਦੇ ਨਾਲ ਹੀ ਹਗਾਮਾ ਇੱਕ ਤਰ੍ਹਾਂ ਸ਼ੁਰੂ ਹੋ ਗਿਆ ਜੀ। ਸੱਤਾਧਾਰੀ ਧਿਰ ਦੇ ਮੂਹਰੇ ਵੱਡੇ 3 ਸਵਾਲ ਖੜੇ ਸੀ। ਸਭ ਤੋਂ ਅਹਿਮ ਸੀਗਾ ਧਾਰਮਿਕ ਤੌਰ ਤੇ ਜੇ ਸਮਝਿਆ ਜਾਵੇ ਕਿ ਵੀ ਜਾਗਤ ਜੋਸ਼ੀ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਾਲਾ ਮਾਮਲਾ, ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਪੰਥ ਵਿਰੋਧੀ ਕਰਾਰ ਦੇਣ ਵਾਲਾ ਮਾਮਲਾ ਜੀ। ਇਸ ਮਾਮਲੇ ਤੇ ਪੁੱਛਿਆ ਵਿਰੋਧੀ ਧਿਰ ਨੇ, ਪ੍ਰਤਾਪ ਬਾਜਵਾ ਨੇ ਸਪੀਕਰ ਸਾਹਿਬ ਨੂੰ, ਸਪੀਕਰ ਸਾਹਿਬ ਦਿਓ ਅਸੀਂ ਕੀ ਕਰੀਏ ਜੀ, ਕਿਵੇਂ ਸਾਨੂੰ ਅੱਗੇ ਵਧਣਾ ਚਾਹੀਦਾ ਜੀ? ਮੁੱਖ ਮੰਤਰੀ ਨੂੰ ਅਕਾਲ ਤਖਤ ਸਾਹਿਬ ਨੇ ਕਿਹਾ ਮੂੰਹ ਨਾ ਲਾਓ, ਇਹ ਨਾ ਕਰੋ, ਦੱਸੋ ਜੀ ਤੁਸੀਂ ਅੰਮ੍ਰਿਤਧਾਰੀ ਸਿੰਘ ਹੋ ਜੀ। ਤੇ ਗਾਂ ਕੁਲਤਾਰ ਸਿੰਘ ਸੰਧਵਾ ਜੀ ਕਹਿੰਦੇ ਦੇਖੋ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਤੇ ਆਪਣਾ ਹੀ ਅਗਵਾਈ ਕਰਦਾ ਹੈ, ਪਰ ਗੁਰੂ ਤੋਂ ਵੀ ਵੱਡੀ ਹੁੰਦੀ ਹੈ ਸੰਗਤ ਜੀ। ਸੋ ਅਸੀਂ ਸੰਗਤ ਦੀ ਪ੍ਰਵਾਨਗੀ ਨਾਲ ਚੱਲ ਰਹੇ ਹਾਂ, ਠੀਕ ਹੈ, ਇਸ ਲਈ ਤੁਸੀਂ ਇਸ ਵਿਧਾਨ ਸਭਾ ਦੀ ਕਾਰਵਾਈ 'ਚ ਹਿੱਸਾ ਲੈ ਸਕਦੇ ਹੋ। ਠੀਕ ਹੈ। ਉਹ ਮੈਨੂੰ ਵੀ ਪਤਾ ਕਿਹੜੀ ਸੰਗਤ ਤੋਂ ਫਤਵਾ ਲੈ ਕੇ ਆਏ ਨੇ, ਕਿਤੋਂ ਮਤਾ ਪਵਾ ਕੇ ਲਿਆਏ ਨੇ, ਕਿਤੋਂ ਇਹਨਾਂ ਨੇ ਇਹ ਹੈ ਨਾ, ਮਤਲਬ
ਸੰਗਤ ਦੀ ਪਰਿਭਾਸ਼ਾ ਇਹਨਾਂ ਦੀ ਕਿਹੜੀ ਆ? ਸਵਾਲ ਇਹ ਹੈ। ਚਲੋ ਉਹ ਤੋਂ ਤਾਂ ਇਹ ਟਲ ਗਏ ਤੇ ਉਹ ਵੀ ਮਤਲਬ ਬਚਣਾ ਚਾਹੁੰਦੇ ਸੀ। ਚਲੋ ਜੀ, ਗੱਲ ਹੋ ਗਈ, ਤੁਰ ਪਈ ਜੀ। ਹੁਣ ਜਾ ਕੇ ਜੋ ਸ਼੍ਰੀ ਗ੍ਰੰਥ ਸਾਹਿਬ ਸਤਿਕਾਰ ਸੋਧ ਵਾਲੇ ਮਾਮਲੇ ਤੇ ਸਰਕਾਰ ਅਜੇ ਕੰਨ ਨਹੀਂ ਧਰ ਰਹੀ, ਠੀਕ ਹੈ, ਬੋਲਣ ਲਈ ਤਿਆਰ ਨਹੀਂ। ਡੀਏ ਵਾਲਾ ਸਵਾਲ ਆਉਂਦਾ ਮੁੱਖ ਮੰਤਰੀ ਸਾਹਿਬ ਨੂੰ, ਇੱਥੋਂ ਤੱਕ ਕਿ ਮੀਡੀਆ 'ਚ ਵੀ ਸਵਾਲ ਆਉਂਦਾ, ਤਾਂ ਹੀ ਭੱਜ ਜਾਂਦੇ ਨੇ ਵੀ ਅਦਾਲਤ ਦਾ ਫੈਸਲਾ ਕੁਝ ਤਾਂ ਕਹੋ, ਕਿ ਵਕੀਲ ਦੇਖ ਰਹੇ ਨੇ, ਖਜ਼ਾਨਾ ਮੰਤਰੀ ਦੇਖਣਗੇ, ਕੋਈ ਗੱਲ ਨਹੀਂ, ਫੈਸਲੇ ਦੀ ਕਾਪੀ ਸਾਡੇ ਕੋਲ ਆ ਜਾਂਦਾ, ਸਾਨੂੰ ਪੜ੍ਹ ਲੈਣ ਦਿਓ, ਕੁਝ ਤਾਂ ਬੋਲੋ, ਬਿਨਾਂ ਬੋਲੇ ਭੱਜੋ। ਜੀ। ਦੂਜਾ ਮਾਮਲਾ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੀ ਰਿਹਾਈ ਦਾ, ਕਿ ਉਹਨਾਂ ਨੂੰ ਕਿਵੇਂ ਭਜਾਇਆ, ਕਿੱਥੇ ਲੁਕੋਇਆ, ਕਿੱਥੇ ਨਹੀਂ। ਇਹ ਸਵਾਲ ਮਨਪ੍ਰੀਤ ਆਲੀ ਨੇ ਚੱਕਿਆ ਤੇ ਜਵਾਬ ਦੇਣ ਦੀ ਬਜਾਏ ਪਿਛਲਾ ਸਾਰਾ ਰਿਕਾਰਡ ਉਹ ਪਾਈ। ਉਹ ਸਭ ਨੂੰ ਪਤਾ ਹੈ ਕਿ ਕਾਂਗਰਸ ਨੇ ਕੀ ਚੰਨ ਚਾੜਿਆ, ਫਿਲਮ 'ਚ ਵੀ ਪਤਾ ਲੱਗਦਾ ਕਿ ਇਹਨਾਂ ਦੀ ਸਰਕਾਰ ਸਮੇਂ ਹੋਇਆ। ਉਹ ਪਤਾ ਲੱਗਦਾ ਕਿ ਬਾਦਲਾਂ ਨੇ ਕੀ ਕੀਤਾ। ਤੁਸੀਂ ਆਪਣੀ ਰਾਜ 'ਚ ਕੀ ਕੀਤਾ, ਉਹਦਾ ਜਵਾਬ ਤਾਂ ਦਿਓ। ਪਿਛਲਾ ਸਾਰਾ ਗਣਾਤਾ, ਆਪਣੀ ਗੱਲ ਦਾ ਜਵਾਬ ਨਹੀਂ ਜੀ। ਤੀਜਾ ਅਹਿਮ ਮਾਮਲਾ ਹੈ ਪੇਪਰ ਲੀਕ ਵਾਲਾ, ਠੀਕ ਹੈ, ਕਿ ਵੀ ਤੁਹਾਡੇ ਰਾਜ 'ਚ ਜਿਹੜੇ ਪੇਪਰ ਲੀਕ ਹੋਏ, 11 ਪੇਪਰਾਂ ਦੀਆਂ ਤਰੀਕਾਂ ਤੁਰੀਆਂ ਫਿਰਦੀਆਂ ਨੇ ਕਿ ਤੁਹਾਡੀ ਸਰਕਾਰ 'ਚ ਇਹ ਲੀਕ ਹੋਏ। ਤੁਹਾਡਾ ਸਾਥੀ ਜਿਹੜਾ ਉਸ ਸਮੇਂ ਨਾਲ ਸੀ, ਉਹਦੇ ਵੀ ਮਤਲਬ ਕਿ ਅੰਦਰ ਖਾਤੇ ਦਾ ਮੁੱਖ ਮੰਤਰੀ ਉਹੀ ਸੀ, ਰਾਘਵ ਚੱਡਾ। ਹੁਣ ਉਹ ਗਣਾ ਰਿਹਾ ਰਾਜ ਸਭਾ 'ਚ ਖੜ ਕੇ ਕਿ 6 ਪੇਪਰ ਲੀਕ ਹੋਏ ਜੀ। ਸੋ ਕਿਸੇ ਦਾ ਹਿਸਾਬ ਦੇ ਦਿਓ ਭਾਈ, 11 ਦਾ ਨਹੀਂ 6 ਦਾ ਹੀ ਦੇ ਦਿਓ, 6 ਦਾ ਨਹੀਂ ਦੇਣਾ, ਆ ਤਾਜੇ ਦਾ ਹੀ ਦੇ ਦਿਓ, ਕਿਸੇ ਦਾ ਹਿਸਾਬ ਤਾਂ ਦੇ ਦਿਓ। ਉਹਦੇ ਤੇ ਵੀ ਅਸੀਂ ਚਰਚਾ ਨਹੀਂ ਕਰਾਂਗੇ, ਬਹਿ ਜਾਓ, ਗੱਲ ਨਾ ਕਰੋ। ਚਲੋ, ਸਰਕਾਰ ਜਵਾਬ ਨਹੀਂ ਦੇਣਾ ਚਾਹੁੰਦੀ ਜੀ, ਸਰਕਾਰ ਬਹਿਸ ਕਰਨਾ ਚਾਹੁੰਦੀ ਹੈ, ਮਤਾ ਲਿਆ ਕੇ ਪਾਸ ਕਰਨਾ ਚਾਹੁੰਦੀ ਹੈ। ਜੰਤਰ ਮੰਤਰ ਵਾਲੇ ਤੇ ਬੜੇ ਮਗਰਮੱਛ ਦੇ ਹੰਝੂ ਬਹਾਏ ਬਈ, ਦਿੱਲੀ 'ਚ ਵੀ, ਉਰੇ ਵੀ, ਕੱਲ ਵੀ, ਠੀਕ ਹੈ, ਲੰਬੀ ਚੌੜੀ ਚਰਚਾ ਕਰ ਲਿਓ ਉਸੇ ਦੇ ਉੱਤੇ। ਪੁਲਿਸ ਨੇ ਐ ਕੀਤਾ, ਜਵਾਕ ਕੁੱਟੇ, ਮਤਲਬ ਉਰੇ ਵਾਲੇ ਜਵਾਕਾਂ 'ਚ ਜਾਨ ਹੋਰ ਹੈ, ਉੱਥੇ ਵਾਲੇ 'ਚ ਹੋਰ ਹੈ। ਉਰੇ ਵਾਲੇ ਲੋਕਾਂ 'ਚ ਜਾਨ ਹੋਰ ਹੈ, ਉੱਥੇ ਵਾਲੇ 'ਚ ਹੋਰ ਹੈ। ਉਹਦੇ ਤੇ ਗੱਲ ਨਹੀਂ ਕੀਤੀ। ਸੋ ਇਹ ਸਾਰਾ ਵਰਤਾਰਾ ਜਦੋਂ ਸਰਕਾਰ ਮੁੱਖ ਮਸਲਿਆਂ ਤੋਂ, ਮੁੱਖ ਮੁੱਦਿਆਂ ਤੋਂ, ਚਰਚਾ ਤੋਂ ਭੱਜ ਰਹੀ ਹੋਵੇ, ਤਾਂ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਕਿ ਉਹ ਉਹਨਾਂ ਨੂੰ ਘੇਰ ਕੇ ਉੱਥੇ ਲਿਆਵੇ ਜੀ। ਪਰ ਵਿਰੋਧੀ ਧਿਰ, ਚਲੋ ਜੀ, ਸ਼ਕਲ ਦੇਖੀ ਸਾਡੀ, ਅਸੀਂ ਕਾਲੇ ਪਰਨੇ ਪਾ ਕੇ ਆਏ ਹਾਂ, ਅਸੀਂ ਰੌਲਾ ਪਾਤਾ ਜੀ, ਹੁਣ ਅਸੀਂ ਬਾਈਕਾਟ ਕਰਕੇ ਚੱਲੇ ਜੀ, ਪੂਰੇ ਦਿਨ ਕਰੋ ਜੀ ਸਰਕਾਰ ਮੌਜਾ। ਤੁਸੀਂ ਤਾਂ ਉਹਨਾਂ ਨੂੰ ਦੇ ਗਏ, ਉਹ ਤਾਂ ਇਹੀ ਚਾਹੁੰਦੇ ਨੇ ਕਿ ਜਾਓ ਤੁਸੀਂ, ਤੁਹਾਡੀ ਕੀ ਲੋੜ ਹੈ ਜੀ। ਇਹ ਤੁਸੀਂ ਕਿਸੇ ਨੀਤੀ ਤਹਿਤ ਬਾਈਕਾਟ ਕੀਤਾ ਜੀ ਕਿ ਕਿਸੇ ਸਮਝੌਤੇ ਤਹਿਤ ਕੀਤਾ, ਇਹ ਤਾਂ ਦੱਸ ਦਿਓ। ਬਿਲਕੁਲ, ਕੀ ਇਹ ਗੁਪਤ ਸਮਝੌਤਾ ਹੈ? ਇਸੇ ਲਈ ਤਾਂ ਕਹਿੰਦੇ ਨੇ ਸਾਰੇ ਕਿ ਵਿਰੋਧੀ ਧਿਰ ਵੱਲੋਂ ਜੇ ਕੋਈ ਲੜ ਰਿਹਾ ਤਾਂ ਰਾਹੁਲ ਗਾਂਧੀ ਇਕੱਲਾ ਲੜ ਰਿਹਾ, ਉਹਦੀ ਪਾਰਟੀ ਦਾ ਲੜਦੀ ਦਿਖਦੀ ਨਹੀਂ। ਪਾਰਟੀ ਲੜਦੀ ਹੈ, ਕਿਉਂ ਨਹੀਂ ਲੜਦੀ ਦਿਖਦੀ? ਕਾਂਗਰਸ ਸਟੇਜਾਂ ਤੇ ਹੁਣ ਤਾਂ ਲਾਈਵ ਲੜਦੀ ਹੈ। ਸਹੀ ਹੈ, ਹੁਣ ਤਾਂ ਬੰਦੇ ਬੁਲਾ ਕੇ, ਨਾਰੇ ਮਰਾ ਕੇ, ਫੋਨ ਬੁਲਾ ਕੇ ਲੜਦੀ ਹੈ। ਹੁਣ ਤਾਂ ਬੇਸ਼ਰਮੀ ਦੀ ਹੱਦ ਹੈ ਇਹਨਾਂ ਦੀ। ਸਹੀ ਹੈ। ਸੋ ਇਸ ਲਈ ਵਿਰੋਧੀ ਧਿਰ ਲੋਕ ਮੁੱਦਿਆਂ ਤੇ ਲੜਨ ਦੀ ਬਜਾਏ, ਸੰਸਦ ਵਿਧਾਨ ਸਭਾ ਦੇ ਅੰਦਰ ਖੜ ਕੇ ਲੜਨ ਦੀ ਬਜਾਏ, ਆਪਣੀਆਂ ਹੀ ਸਟੇਜਾਂ ਤੇ ਆਪਣੇ ਹੀ ਖਿਲਾਫ ਲੜ ਰਹੀ ਹੈ, ਤੇ ਲੜ ਲਈਏ, ਫਿਰ ਲੜੀ ਜਾ। ਸੋ ਇਹ ਜਿਹੇ 'ਚ ਸਰਕਾਰ ਨੂੰ ਫਾਇਦਾ। ਸੋ ਸੱਤਾਧਾਰੀ ਧਿਰ ਲਈ ਰਾਹ ਪੱਧਰਾ ਕਰਕੇ ਜਾਂਦੇ ਨੇ। ਜਿਹੜਾ ਸਵਾਲ ਕਰਦਾ ਉਹਨੂੰ ਟੁੱਟ ਕੇ ਪੈਂਦੇ ਨੇ। ਆਲੀ ਨੇ ਕੱਲ 2 ਸਵਾਲ ਕੀਤੇ, ਕਹਿੰਦੇ ਬਹਿ ਜਾ, ਪਹਿਲਾਂ ਦੋਵੇਂ ਅਕਾਲੀ ਦਲ ਵਾਲੇ ਪਾਸੇ ਸੀ, ਦੂਏ ਪਾਸੇ ਦਾਦੂ ਬੋਲਦਾ। ਸੋ ਕੁੱਲ ਮਿਲਾ ਕੇ ਸਰਕਾਰ ਸਵਾਲਾਂ ਦੇ ਜਵਾਬ ਦੇਣ ਤੋਂ ਭਗੌੜੀ ਹੈ, ਪਰ ਨਰੇਟਿਵ ਸਿਰਜਣ ਦੀ ਕੋਸ਼ਿਸ਼ ਅਜੇ ਵੀ ਕਰ ਰਹੀ ਹੈ। ਪਰ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਸਰਕਾਰ ਘਿਰੀ ਜ਼ਰੂਰ ਹੈ, ਡਰੀ ਜ਼ਰੂਰ ਹੈ। ਸਹੀ ਹੈ ਜੀ, ਬਿਲਕੁਲ। ਤੇ ਹੜਤਾਲਾਂ ਵਾਲੀ ਕਤਾਰ ਦੇ ਵਿੱਚ ਕਹਿੰਦੇ ਰੋਡਵੇਜ਼ ਵੀ ਸ਼ਾਮਲ ਹੋ ਗਈ ਜੀ ਹੁਣ। ਪ੍ਰਵੀਨ ਜੀ, ਪਤਾ ਨਹੀਂ, ਮਤਲਬ ਕਿ ਸਰਕਾਰ ਕੋਈ ਟੂਣਾ ਟਾਣਾ ਟੱਪ ਗਈ। ਜਿਹੜੇ ਇਹ ਕਹਿੰਦੇ ਸੀਗੇ ਕਿ ਸਰਕਾਰ ਤਾਂ ਤਰਕਸ਼ੀਲਾਂ ਦੀ ਹੈ, ਟੂਣਿਆਂ 'ਚ ਤਾਂ ਯਕੀਨ ਹੀ ਨਹੀਂ ਰੱਖਦੇ। ਸਰਕਾਰ ਤਰਕਸ਼ੀਲਾਂ ਦੀ ਹੈ, ਮੈਂ ਕਿਹਾ ਟੂਣਿਆਂ 'ਚ ਤਾਂ ਯਕੀਨ ਹੀ ਨਹੀਂ ਰੱਖਦੇ। ਜੇ ਟੂਣਿਆਂ 'ਚ ਨਹੀਂ ਯਕੀਨ ਰੱਖਦੀ, ਫਿਰ ਰੱਬ 'ਚ ਵੀ ਨਹੀਂ ਯਕੀਨ ਰੱਖਦੀ ਹੋਣੀ। ਪਰ ਹੁਣ ਲੋੜ ਕਿੱਦਾਂ ਪੈ ਰਹੀ ਹੈ? ਕਦੇ ਸ਼ੁਕਰਾਨਾ ਯਾਤਰਾ ਨੂੰ ਨਿਕਲਦੇ ਹੋ, ਕਦੇ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਨੂੰ ਨਿਕਲਦੇ ਹੋ। ਤੁਹਾਨੂੰ ਲੱਗਦਾ ਕਿ ਹੁਣ ਕਸ਼ਤੀ ਪਾਰ ਨਹੀਂ ਲੱਗਦੀ, ਹੁਣ ਤੁਹਾਨੂੰ ਰੱਬ ਚੇਤੇ ਆਉਣ ਲੱਗ ਪਿਆ। ਸੋ ਇਸ ਲਈ ਇਹ ਕੁਝ ਵੀ ਸੰਭਵ ਹੈ। ਮੈਂ ਕਹਿੰਦਾ ਤੁਸੀਂ ਟੂਣੇ ਟੱਪਣ ਦੀ ਗੱਲ ਕਰਦੇ, ਟੂਣੇ ਕਰਨਾ ਲੱਗ ਪਏ ਹੁਣ ਕਿ ਸਰਕਾਰ ਦੁਬਾਰਾ ਬਣ ਜਵੇ। ਸਹੀ ਹੈ, ਸਹੀ ਹੈ। ਇਹਨਾਂ ਦੀ ਹਾਲਤ ਤਾਂ ਇਹ ਹੈ, ਇਹਨਾਂ ਤੋਂ ਅੱਜ ਜੋ ਮਰਜ਼ੀ ਕਰਾ ਲਓ ਜੀ। ਇਹਨਾਂ ਨੂੰ ਕਹਿ ਦਿਓ ਕਿ ਹਾਂ, ਜੇ ਆ ਪਿੰਡ ਵਾਲੇ ਸਾਡੇ ਟੋਬੇ 'ਚ ਨਹਾ ਲਓਗੇ ਨਾ, ਤਾਂ ਉੱਥੇ ਵੀ ਨਹਾ ਲੈਣਗੇ ਸਰਕਾਰ ਦੁਬਾਰਾ ਬਣਾਉਣ ਲਈ। ਹਾਲਤ ਤਾਂ ਇਹ ਬਣੀ ਪਈ ਆ। ਪਰ ਜਿਸ ਕਦਰ ਪੰਜਾਬ ਦੇ ਵਿੱਚ ਹੜਤਾਲਾਂ ਦਾ ਦੌਰ ਹੈ, ਜਿਸ ਕਦਰ ਸਾਰੀਆਂ ਧਿਰਾਂ ਸੜਕਾਂ ਤੇ ਆ ਰਹੀਆਂ, ਸਰਕਾਰ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਆਪਣੇ ਆਪ ਨਾਲੇ ਬੈਠ ਕੇ ਮੰਥਨ ਕਰ ਲਓ ਕਿ ਆਪਾਂ ਕਿਉਂ ਕਰ ਰਹੇ ਹਾਂ, ਸਾਡੇ ਖਿਲਾਫ ਇੰਨੇ ਪ੍ਰਦਰਸ਼ਨ ਕਿਉਂ ਹੋ ਰਹੇ ਨੇ। ਸਹੀ ਹੈ। ਦੂਜਾ, ਫਿਰ ਉਹਨਾਂ ਧਿਰਾਂ ਨਾਲ ਬੁਲਾ ਕੇ ਸਥਿਰਤਾ ਨਾਲ ਗੱਲ ਕਰ ਲਓ। ਹੁਣ ਤੁਸੀਂ ਕਹੋਗੇ ਵੀ ਗੱਲ ਤਾਂ ਕੀਤੀ, ਕੱਲ ਸੈਸ਼ਨ ਦਾ ਪਹਿਲਾ ਦਿਨ ਸੀ ਜੀ,
ਉਧਰ ਰੋਡਵੇਜ ਵਾਲਿਆਂ ਨੇ ਕਿਹਾ ਸੀਗਾ ਕਿ ਅਸੀਂ ਚੱਕਾ ਜਾਮ ਕਰਾਂਗੇ, ਖਾਸ ਕਰਕੇ ਉਹ ਜਿਹੜੇ ਕੱਚੇ ਮੁਲਾਜ਼ਮ ਨੇ, ਉਹ ਕਿਲੋਮੀਟਰ ਸਕੀਮ ਵਾਲੇ ਨੇ, ਠੇਕੇਦਾਰੀ ਸਿਸਟਮ ਵਾਲੇ ਨੇ, ਉਹਨਾਂ ਦੀਆਂ ਹੋਰ ਨਵੀਆਂ ਬੱਸਾਂ ਦਾ ਮੰਗਾ, ਪੁਰਾਣੀਆਂ ਮੰਗਾਂ ਦੀ ਰਿਪੇਅਰ ਦਾ ਮਾਮਲਾ, ਉਹ ਸਾਰਾ 3000 ਦੇ ਗੇਟ 'ਚ ਬੱਸ ਹੈ, ਠੀਕ ਹੈ, ਜਿਸ ਚੋਂ 1000 ਦੇ ਕਰੀਬ ਰੂਟ ਕੱਲ ਪ੍ਰਭਾਵਿਤ ਸੀ। 1000 ਦੇ ਕਰੀਬ ਰੂਟ ਦਾ ਮਤਲਬ 5 ਲੱਖ ਤੋਂ ਵੱਧ ਸਵਾਰੀ ਪ੍ਰਭਾਵਿਤ। ਤੁਸੀਂ ਇੱਥੋਂ ਅੰਦਾਜ਼ਾ ਲਾ ਜੀ। ਪਰ ਸਰਕਾਰ ਨੇ ਕੋਈ ਅਗਾਊਂ ਇਤਲਾਹ ਦਿੱਤੀ ਹੋਵੇ ਪੰਜਾਬ ਵਾਲਿਆਂ ਨੂੰ ਕਿ ਭਾਈ ਅੱਜ ਇਹਨਾਂ ਰੂਟਾਂ ਦੇ ਬੱਸਾਂ ਨਹੀਂ ਚੱਲਣੀਆਂ? ਹੋਰ ਵੀ ਤਾਂ ਇਸ਼ਤਿਹਾਰ ਦਿੰਦੇ ਹੋ ਆਪਣੀਆਂ ਮੂਰਤਾਂ ਲਾ ਕੇ, ਇੱਕ ਇਸ਼ਤਿਹਾਰ ਇਹ ਵੀ ਦਿੰਦੇ। ਔਰ ਇਹ ਪਹਿਲਾ ਮੌਕਾ ਨਹੀਂਗਾ, ਇਸ ਸਾਲ ਦੇ ਵਿੱਚ 6ਵੀਂ ਵਾਰ ਹੜਤਾਲ ਤੇ ਹੈ ਪੰਜਾਬ ਰੋਡਵੇਜ਼। ਇਹਦਾ ਮਤਲਬ ਮਾਮਲਾ ਗੰਭੀਰ ਹੈ। ਤੇ ਜੇ ਇਸੇ ਸਾਲ 'ਚ ਉਹ 6ਵੀਂ ਵਾਰ ਨੇ, ਤਾਂ ਪਿਛਲੇ 4 ਸਾਲਾਂ 'ਚ ਉਹਨੇ ਕਿੰਨੀ ਵਾਰ ਤੁਹਾਨੂੰ ਚਿੱਠੀਆਂ, ਕਿੰਨੀ ਵਾਰ ਤੁਹਾਨੂੰ ਰੁਕੇ, ਕਿੰਨੀ ਵਾਰ ਉਹਨਾਂ ਨੇ ਗੇਟ ਰੈਲੀਆਂ, ਕਿੰਨੀ ਵਾਰ ਉਹਨਾਂ ਨੇ ਘੰਟਿਆਂ ਪ੍ਰਤੀ ਪ੍ਰਤੀਕ ਵਜੋਂ। ਸੋ ਬਾਰ-ਬਾਰ ਦੱਸਣ ਤੋਂ ਬਾਅਦ ਫਿਰ ਉਹ ਮਜਬੂਰੀ 'ਚ ਇਸ ਤਰੀਕੇ ਦੇ ਬੰਦਾ ਹੁੰਦਾ ਨਾ ਕਿ ਹੁਣ ਸਾਡੀ ਪੱਕੀ ਹੜਤਾਲ ਹੈ। ਇਹ ਸਥਿਤੀ ਕਿਉਂ ਬਣਦੀ ਹੈ? ਇੱਥੋਂ ਅੰਦਾਜ਼ਾ ਲਾ ਲਓ ਜੀ। ਸੋ ਜਦੋਂ ਇਹ ਹਾਲਤ ਹੈ ਤਾਂ ਉਹਦੇ ਉੱਤੇ ਜਵਾਬ ਦੇਣ ਲਈ ਤਿਆਰ ਨਹੀਂ ਗਏ। ਹੁਣ ਰੋਡਵੇਜ਼ ਮੁਲਾਜ਼ਮਾਂ ਨੇ ਜਦੋਂ ਹੜਤਾਲ ਕੀਤੀ ਤਾਂ ਕਹਿੰਦੇ ਜੀ ਕੱਲ ਨੂੰ ਆ ਜਾਓ ਜੀ, ਹਰਪਾਲ ਚੀਮਾ ਜੀ ਮੀਟਿੰਗ ਕਰ ਲੈਣਗੇ ਤੁਹਾਡੇ ਨਾਲ। ਠੀਕ ਹੈ ਜੀ। ਹਰਪਾਲ ਚੀਮਾ ਜੀ ਨੇ 12 ਵਜੇ ਮੀਟਿੰਗ ਸੱਦੀ ਸੀ, ਸਥਿਤੀ ਤਣਾਅ ਹੀ ਬਣਦੀ ਦੇਖ ਕੇ, ਸੈਸ਼ਨ ਦੋਹਾਂ ਨੂੰ ਦੇਖ ਕੇ ਸਵੇਰੇ 10 ਵਜੇ ਬੁਲਾ ਲਏ। ਬੁਲਾ ਕੇ ਜੀ ਬੈਠਕ ਬੇਨਤੀਜਾ ਜੀ। ਪ੍ਰਵੀਨ ਜੀ ਬੈਠਕ ਤਾਂ ਬੇਨਤੀਜਾ ਹੋਊਗੀ, ਹਰਪਾਲ ਚੀਮਾ ਸੁਣੇ ਸਕਦਾ, ਕੋਈ ਸੁਣਾ ਨਹੀਂ ਸਕਦਾ। ਸੁਣਾ ਨਹੀਂ, ਸਹੀ ਹੈ, ਬਿਲਕੁਲ ਜੀ। ਕਿਉਂਕਿ ਉਹਦੇ ਕੋਲ ਫੈਸਲਾ ਲੈਣ ਦਾ ਅਧਿਕਾਰ ਹੀ ਨਹੀਂਗਾ। ਫੈਸਲਾ ਲੈਣ ਦਾ ਅਧਿਕਾਰ ਤਾਂ ਸਾਡੇ ਮੁੱਖ ਮੰਤਰੀ ਕੋਲ ਨਹੀਂਗਾ, ਜਿਹਨੂੰ ਕਹਿੰਦਾ ਹਰਾ ਪੈਨ ਫੜਾਇਆ ਹੋਇਆ ਜੀ। ਸੋ ਜਦੋਂ ਮੀਟਿੰਗਾਂ ਨਹੀਂ ਤੁਸੀਂ ਕਰਨੀਆਂ, ਤੇ ਜੇ ਕਰਨੀਆਂ ਤਾਂ ਉਹਨਾਂ ਨੇ ਕਰਨੀਆਂ ਜਿਹੜੇ ਫੈਸਲਾ ਨਹੀਂ ਲੈ ਸਕਦੇ, ਫਿਰ ਮਾਮਲਾ ਨਹੀਂ ਪੜੂਗਾ ਕਿਵੇਂ? ਅਸੀਂ ਪੁੱਛ ਕੇ ਦੱਸਾਂਗੇ ਜੀ। ਕਿਹਨੂੰ? ਜੈਨ ਨੂੰ ਪੁੱਛਣਾ ਜੀ, ਸਿਸੋਦੀਆ ਨੂੰ ਪੁੱਛਣਾ ਜੀ, ਕੇਜਰੀਵਾਲ ਨੂੰ ਪੁੱਛਣਾ ਜੀ, ਵਿਭਵ ਕੁਮਾਰ ਨੂੰ ਪੁੱਛਣਾ ਜੀ। ਜਦੋਂ ਇਹਨਾਂ ਨੂੰ ਪੁੱਛ ਕੇ ਫੈਸਲੇ ਲਓਗੇ ਫਿਰ ਜਨ ਤਾਂ ਗੱਡੀ ਲੰਘ ਜਾਂਦੀ ਹੈ ਜੀ ਜੀ। ਤੇ ਹੁਣ ਹਾਲਤ ਇਹੀ ਆ, ਉਹ ਕਹਿੰਦੇ ਅੱਜ ਅਸੀਂ ਚੰਡੀਗੜ੍ਹ ਆ ਰਹੇ ਹਾਂ, ਅੱਜ ਅਸੀਂ ਘੇਰਾਬੰਦੀ ਕਰਾਂਗੇ। ਬਿਲਕੁਲ। ਸੋ ਇਸ ਲਈ ਇਹ ਸਥਿਤੀ ਫਰਵਰੀ ਦੇ ਵਿੱਚ ਪਹਿਲਾਂ ਇਹਨਾਂ ਨੇ ਮਤਲਬ ਇਹਨਾਂ ਦੇ ਮੁਲਾਜ਼ਮ ਚੱਕ ਚੁੱਕੇ, ਕੋਈ ਜੇਲ੍ਹਾਂ ਸਿੱਟਦੇ ਸੀ, ਇੱਥੋਂ ਤੱਕ ਕਰਤਾ ਸੀਗਾ ਕਿ ਤੁਹਾਡੇ ਤੇ ਜੀ ਇਰਾਦਾ ਕਤਲ ਦੇ ਪਰਚੇ ਪਾ ਦਿਓ। ਇਹਨਾਂ ਦਾ ਮਤਲਬ ਉਹ ਹਥਿਆਰ ਲੈ ਕੇ ਆਏ ਸੀ ਕੋਈ ਪ੍ਰਦਰਸ਼ਨ ਕਰਨ। ਫਿਰ 10 ਜੂਨ ਨੂੰ ਕਿਲੋਮੀਟਰ ਸਕੀਮ ਵਾਲਿਆਂ ਨੇ ਕਿਹਾ ਕਿ 12 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਕਰਾਂਗੇ। ਤੇ ਫਿਰ 6-7 ਘੰਟੇ ਬਾਅਦ ਗੱਲਬਾਤ ਹੋ ਗਈ, ਹੜਤਾਲ ਵਾਪਸ, ਚਲੋ ਜੀ ਨਿਬੜ ਜੂਗਾ। ਫਿਰ 10 ਜੂਨ ਤੋਂ ਬਾਅਦ 24 ਤੋਂ 26 ਜੂਨ ਦਾ ਕਾਲ ਦਿੱਤੀ ਇਹਨਾਂ ਨੇ। ਫਿਰ ਮੀਟਿੰਗ ਜੀ ਕਰਕੇ ਟੈਂਪਰੇਰੀ ਟਾਲਤੇ, ਜਿਵੇਂ ਹੁਣ ਬਿਜਲੀ ਵਾਲੇ ਟਾਲੇ ਨੇ। ਇਸ ਤੋਂ ਬਾਅਦ ਫਿਰ 8 ਜੁਲਾਈ 2026, ਫਿਰ ਉਸ ਤੋਂ ਬਾਅਦ ਹੁਣ 15 ਜੁਲਾਈ 2026 ਤੇ ਹੁਣ ਆ ਕੱਲ। ਸੋ ਇਸ ਲਈ ਇੱਕ ਸਾਲ 'ਚ 6 ਵਾਰ ਜੇ ਇੱਕ ਵਿਭਾਗ ਨਾਲ ਸੰਬੰਧਿਤ ਮੁਲਾਜ਼ਮ ਸੜਕਾਂ ਤੇ ਆ ਰਹੇ ਨੇ, ਹੜਤਾਲ ਲਈ ਆ ਰਹੇ ਨੇ, ਤੇ ਇਸ ਤੋਂ ਇਲਾਵਾ ਦਰਜਨਾਂ ਹੋਰ ਕੱਚੇ ਮੁਲਾਜ਼ਮ, ਪੱਕੇ ਮੁਲਾਜ਼ਮ, ਮਾਸਟਰ, ਡਾਕਟਰ, ਨਰਸਾਂ, ਫਿਰ ਆਂਗਨਵਾੜੀ, ਇੱਧਰ ਮਨਰੇਗਾ ਵਾਲੇ ਮੁਲਾਜ਼ਮ, ਉਧਰ ਪਾਵਰਕਾਮ ਦੇ ਕੱਚੇ ਜੇਈ, ਤੇ ਇੱਧਰ ਵਿਦਿਆਰਥੀ ਜੀ, ਪੇਪਰ ਲੀਕ, ਕਿਸਾਨ, ਮਜ਼ਦੂਰ। ਮੈਨੂੰ ਦੱਸੋ ਅਸੀਂ ਬਚਿਆ ਕੀ ਹੈ ਤੁਹਾਡੇ ਲਈ? ਸਹੀ, ਬਿਲਕੁਲ ਜੀ। ਤੇ ਇਹ ਮੁਲਾਜ਼ਮ ਚਾਹੇ ਉਹ ਡੀ ਵਾਲੇ ਨੇ, ਚਾਹੇ ਰੋਡਵੇਜ ਵਾਲੇ ਨੇ, ਉਹ ਸੀ ਜਿਹੜੇ ਫੁੱਲ ਬਰਸਾ ਰਹੇ ਸੀ ਤੁਹਾਡੇ ਤੇ। ਤੇ ਅੱਜ ਉਹਨਾਂ ਨੂੰ ਤੁਹਾਡੇ ਬਾਹਰ ਧਰਨੇ ਲਾਉਣੇ ਪੈਣੇ ਨੇ। ਸਰਕਾਰ ਗੰਭੀਰਤਾ ਨਾਲ ਲਵੇ, ਨਹੀਂ ਫਿਰ ਵੋਟਾਂ ਦੇ ਮਿਲਣ ਦਾ ਚੋਣ ਜ਼ਾਬਤੇ ਤੋਂ ਬਾਅਦ ਮੁਸ਼ਕਲਾਂ ਹੋਰ ਵੱਧ ਜਾਣਗੀਆਂ। ਬਿਲਕੁਲ ਜੀ। ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਕਹਿੰਦੇ ਬੀਐਡ ਕਰਨ ਤੋਂ ਵੀ ਪੰਜਾਬ ਦੇ ਨੌਜਵਾਨਾਂ ਦਾ ਮੋਹ ਭੰਗ ਹੋ ਗਿਆ ਜੀ। ਮੈਂ ਕੱਲ ਰਿਪੋਰਟ ਪੜ੍ਹਿਆ ਸੀਗਾ ਚਰਨਜੀਤ ਭੁੱਲਰ ਦੀ, ਉਹ ਹੈਰਾਨ ਕਰਦੀ ਹੈ। ਦੇਖੋ, ਬੀਐਡ ਇੱਕ ਅਜਿਹਾ ਕੋਰਸ ਹੈ ਜਿਹਦੇ ਵਿੱਚ ਅਕਸਰ ਬੱਚੀਆਂ ਵੱਡੀ ਗਿਣਤੀ 'ਚ ਜਾਂਦੀਆਂ। ਹਾਂਜੀ। ਜਦੋਂ ਕਿ ਮੁੰਡਿਆਂ ਨੇ ਵੀ ਬਹੁਤ ਵੱਡੀ ਗਿਣਤੀ 'ਚ ਮਾਸਟਰੀ ਹਾਸਲ ਕੀਤੀ ਹੈ, ਅਧਿਆਪਕ ਲੱਗੇ ਨੇ ਜਾਂ ਹੁਣ ਵੀ ਕਰੀ ਫਿਰਦੇ ਨੇ, ਪਰ ਕੁੜੀਆਂ ਫੇਰ ਵੀ ਇਹਨੂੰ ਇੱਕ ਤਾਂ ਸੇਫ ਜ਼ੋਨ ਮੰਨਦੀਆਂ ਨੇ ਤੇ ਸ਼ੌਂਕ ਹੁੰਦਾ ਹੈ ਪੜ੍ਹਾਉਣ ਦਾ, ਉਹਦੇ ਹਵਾਲੇ ਨਾਲ। ਫਿਰ ਪੰਜਾਬ ਤੋਂ ਬਾਹਰੋਂ ਜਾ ਕੇ ਵੀ ਬੀਐਡ ਕਰਕੇ ਬੱਚੇ ਆਉਂਦੇ ਰਹੇ ਜੀ। ਇਹਦਾ ਮਤਲਬ ਡਿਮਾਂਡ ਕਿੰਨੀ ਹੋਏਗੀ ਜਾਂ ਉਹਦੇ ਲਈ ਕਿੰਨੀ ਹੋਏਗੀ? ਹੁਣ ਕੱਲ ਵੀ ਸਿੱਖਿਆ ਮੰਤਰੀ ਸਾਹਿਬ ਦੱਸ ਰਹੇ ਸੀ ਕਿ ਸਿੱਖਿਆ ਵਿਭਾਗ 'ਚ 31,000 ਤੋਂ ਵੱਧ ਪੋਸਟਾਂ ਖਾਲੀ ਨੇ। ਆਪਾਂ ਵੀ ਲੰਘੇ ਦਿਨੀ ਮਾਸਟਰਾਂ ਦੇ ਹਵਾਲੇ ਨਾਲ ਪੂਰਾ ਇੱਕ ਰਿਪੋਰਟ ਪੇਸ਼ ਕਰਕੇ ਹਟੇ। ਤੇ ਜੇ ਇੰਨੀਆਂ ਪੋਸਟਾਂ ਖਾਲੀਆਂ ਪਈਆਂ, ਕਿਹੜੀਆਂ ਭਰਨੀਆਂ ਤਾਂ ਦੱਸੋ। ਸਹੀ ਹੈ। ਤੇ ਜੇ ਇੱਧਰ ਪੋਸਟਾਂ ਭਰੀਆਂ ਜਾ ਰਹੀਆਂ ਹੁਣ ਤਾਂ ਬੀਐਡ ਲਈ ਲਾਈਨਾਂ ਲੱਗਦੀਆਂ ਹੁਣ ਕਰਨ ਵਾਲਿਆਂ ਲਈ ਕਿ ਵੀ ਇੱਧਰ ਨੌਕਰੀ ਮਿਲਦੀ ਆ। ਪੰਜਾਬ 'ਚ 21,000 ਤੋਂ ਵੱਧ ਸੀਟਾਂ ਨੇ ਬੀਐਡ ਦੀਆਂ। ਹਾਂਜੀ, ਬਿਲਕੁਲ। ਤੇ ਉਹਦਾ ਇੰਟਰੈਸਟ ਪੇਪਰ ਦੇ ਰਿਹਾ 17,000 ਦੇ ਕਰੀਬ ਬੱਚਾ। ਇਹਦਾ ਮਤਲਬ ਕੀ ਹੈ, ਅਰਥ ਕੀ ਹੈ ਜੀ? ਇੱਥੋਂ ਦਾ ਆ ਲਓ ਜੀ, 17,500 ਵਿਦਿਆਰਥੀ ਪੇਪਰ ਪ੍ਰੀਖਿਆ 'ਚ ਬੈਠੇ ਨੇ।
ਠੀਕ ਹੈ। ਬੀਐਡ ਦੀਆਂ ਪੰਜਾਬ ਸੀਟਾਂ ਨੇ 21,125 ਤੇ ਇਹਨਾਂ ਦੇ ਵਿੱਚੋਂ ਦਾਖਲੇ ਲਈ 21,000 ਕਰੀਬ ਵਿਦਿਆਰਥੀਆਂ ਨੇ ਭਰਿਆ। ਮਤਲਬ ਠੀਕ ਠਾਕ ਹੈ। 21,125 ਦੇ ਸਾਹਮਣੇ ਜੇ 21,000 ਜਵਾਕ ਪੇਪਰ ਭਰ ਰਿਹਾ ਤਾਂ ਠੀਕ ਹੈ। ਪਰ ਜਦੋਂ ਪੇਪਰਾਂ ਦੀ ਜਿਹੜੇ ਫਾਰਮ ਭਰੇ ਉਹਦੀ ਪੜਚੋਲੀ, ਉਹਨਾਂ ਚ ਕਈਆਂ ਨੇ 2-2 ਜਾਂ 3-3 ਵਾਰ ਫਾਰਮ ਭਰਿਆ ਸੀ। ਠੀਕ ਹੈ। ਉਹ ਸ਼ਾਇਦ ਆਨਲਾਈਨ ਕਰਕੇ ਹੁੰਦਾ, ਪਤਾ ਨਹੀਂ ਸਬਮਿਟ ਹੋਇਆ ਨਹੀਂ ਹੋਇਆ, ਬੱਚਾ ਕੀ ਕਰਨਾ ਹੈ ਨਾ। ਫਿਰ ਕਈਆਂ ਨੇ ਫੀਸਾਂ ਫਾਰਮ ਭਰਤਾ, ਫੀਸ ਭਰੀ ਨਹੀਂ ਤੇ ਨਤੀਜਾ 17,984 ਜਵਾਕ ਹੀ ਦੇ ਫਾਰਮ ਕਲੀਅਰ ਹੋਏ ਜਿਹੜੇ ਪੇਪਰ 'ਚ ਬੈਠ ਸਕਦੇ ਨੇ। ਹੁਣ 21,125 ਸੀਟਾਂ ਚੋਂ 17,994 ਫਾਰਮ ਕਲੀਅਰ ਹੁੰਦੇ ਨੇ, ਪੇਪਰ ਦੇਣ 17,500 ਆਉਂਦਾ ਜੀ ਜੀ। ਉਹ ਵੀ 994 ਚੋਂ ਫਿਰ 494 ਜਵਾਕ ਘਟ ਗਿਆ, ਉਹ 17,500 ਹੀ ਜਵਾਕ ਆਇਆ ਜੀ ਜੀ। ਹੁਣ ਇਹਨਾਂ ਚੋਂ ਵੀ ਕਿੰਨੇ ਪਿੱਛੇ ਰਹਿ ਜਾਣਗੇ? ਸੋ 3,000 ਤੋਂ ਵੱਧ 3,016 ਦੇ ਕਰੀਬ ਸੀਟਾਂ ਤੁਹਾਡੀਆਂ ਸਿੱਧੀਆਂ ਖਾਲੀ ਨੇ। ਬਿਲਕੁਲ। ਤੇ ਇੱਥੋਂ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿ ਜੇ ਬੀਐਡ ਕਰ ਨਹੀਂ ਆ ਰਹੇ ਤਾਂ ਤੁਹਾਨੂੰ ਲੱਗਦਾ ਕਿ ਇਸ ਖੇਤਰ 'ਚ ਸਿਕਿਉਰਿਟੀ ਨਹੀਂ ਹੈ ਜਾਂ ਅਧਿਆਪਕਾਂ ਤੋਂ ਵਾਧੂ ਕੰਮ ਲਏ ਜਾਂਦੇ ਨੇ, ਉਹਨਾਂ ਦੇ ਬੋਝ ਵੱਧ ਹੈ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਵੱਧ ਕਰਦੇ ਹੋ ਤੇ ਨੌਕਰੀ ਦੀ ਗਰੰਟੀ ਵੀ ਨਹੀਂ, ਫਿਰ ਉਹ ਹੋਰ ਰਾਹ ਲੱਭਣ ਲੱਗੇ। ਇੱਥੋਂ ਸਰਕਾਰਾਂ ਸੋਚਣ ਜਿਹੜੇ ਕਹਿੰਦੇ ਜੀ ਸਿੱਖਿਆ 'ਚ ਅਸੀਂ ਨੰਬਰ 1 ਹੈ। ਬਿਲਕੁਲ ਜੀ। ਨੌਜਵਾਨ ਕਰਨ ਕੀ, ਕਿਹੜੇ ਪਾਸੇ ਜਾਣ? ਉਹ ਜੇ ਕੋਈ ਹੋਰ ਕਿੱਤਾ ਅਪਣਾਉਂਦੇ ਨੇ, ਮੰਨ ਲਓ ਕੋਈ ਨੀਟ ਦਾ ਟੈਸਟ ਦਿੰਦੇ ਨੇ, ਉਹ ਲੀਕ ਹੋ ਜਾਂਦਾ, ਕਈ ਹੋਰ ਪੇਪਰ ਦਿੰਦੇ ਨੇ, ਲੀਕ ਹੋ ਜਾਂਦਾ, ਤੇ ਇੱਥੋਂ ਰੁਝਾਨ ਤੇ ਬਾਰੇ ਵੀ ਪਤਾ ਲੱਗਦਾ। ਸ਼ਰਮਾ ਜੀ, ਕੋਈ ਸਮਾਂ ਸੀਗਾ ਇਹਨਾਂ ਸੀਟਾਂ ਦੇ ਲਈ ਜਦੋਜਹਿਦ ਹੁੰਦੀ ਸੀਗੀ, ਪੂਰੀ ਮੈਰਿਟ ਬਣਦੀ ਸੀਗੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਹਜ਼ਾਰਾਂ ਵਿਅਕਤੀ ਤਾਂ ਵਾਂਝੀ ਰਹਿ ਜਾਂਦੇ ਸੀਗੇ ਸਟੂਡੈਂਟ। ਸਾਡੇ ਵੇਲਿਆਂ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਸੀਗੇ ਉਦੋਂ ਮਿਲਦੀ ਨਹੀਂ ਸੀ ਸੀਟ। ਈਟੀਟੀ ਤੇ ਬੀਐਡ ਮਾਰੋ ਮਾਰ ਸੀ। ਬਿਲਕੁਲ। ਤੇ ਉਦੋਂ ਸੀਟ ਮਿਲਣ ਨੂੰ ਇੱਕ ਪ੍ਰਾਪਤੀ ਹੁੰਦੀ ਸੀ, ਨੌਕਰੀ ਦੀ ਜਦੋਜਹਿਦ ਤਾਂ ਬਾਅਦ ਦੇ ਵਿੱਚ। ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ। ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।